प्यारे विद्यार्थियों, एक बार फिर आप सब ਦਾ ਨਿੱਘਾ ਸਵਾਗਤ ਹੈ। ਅੱਜ ਅਸੀਂ 6ਵੀਂ ਜਮਾਤ ਦੇ ਸਮਾਜਿਕ ਸਿੱਖਿਆ ਵਿਸ਼ੇ ਵਿੱਚ ਇਤਿਹਾਸ ਭਾਗ ਵਿੱਚੋਂ ਪਾਠ 8ਵਾਂ ਜਿਸ ਦਾ ਨਾਮ ਪ੍ਰਾਚੀਨ ਇਤਿਹਾਸ ਦਾ ਅਧਿਐਨ ਸਰੋਤ ਹੈ, ਇਸ ਪਾਠ ਦੀ ਦੁਹਰਾਈ ਕਰਾਂਗੇ। ਇਹ ਦੁਹਰਾਈ ਅਸੀਂ ਪ੍ਰਸ਼ਨ ਉੱਤਰ ਵਜੋਂ ਕਰਾਂਗੇ ਤਾਂ ਜੋ ਪਾਠ ਦੇ ਪਿੱਛੇ ਦਿੱਤੇ ਗਏ ਅਭਿਆਸ ਲਈ ਪ੍ਰਸ਼ਨਾਂ ਨੂੰ ਤੁਸੀਂ ਹੱਲ ਕਰ ਸਕੋ। ਵੈਸੇ ਤਾਂ ਇਸ ਸਾਰੀ ਪ੍ਰੈਜੈਂਟੇਸ਼ਨ ਵਿੱਚੋਂ ਆਪ ਜੀ ਨੂੰ ਪਿੱਛੇ ਦਿੱਤੇ ਗਏ ਸਾਰੇ ਹੀ ਪ੍ਰਸ਼ਨਾਂ ਦੇ ਉੱਤਰ ਚੰਗੀ ਤਰ੍ਹਾਂ ਮਿਲ ਜਾਣਗੇ, ਲੇਕਿਨ ਮੈਂ ਇਹ ਵੀ ਚਾਹਾਂਗਾ ਕਿ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਮੂੰਹ ਜ਼ਬਾਨੀ ਵੀ ਲਿਖਣ ਦੀ ਕੋਸ਼ਿਸ਼ ਕਰੋ। ਸੋ ਆਓ ਇਹਨਾਂ ਪ੍ਰਸ਼ਨਾਂ ਨੂੰ ਦੇਖੀਏ ਔਰ ਪਾਠ ਦੀ ਕੰਪਲੀਟ ਦੁਹਰਾਈ ਅਸੀਂ ਕਰੀਏ। ਸੋ ਵਿਦਿਆਰਥੀਓ, ਪਹਿਲਾਂ ਮੈਂ ਛੋਟੇ ਉੱਤਰਾਂ ਦੇ ਵਿੱਚ ਤੁਹਾਨੂੰ ਪਾਠ ਦੀ ਦੁਹਰਾਈ ਕਰਵਾਵਾਂਗਾ ਤਾਂ ਕਿ ਤੁਹਾਡੇ ਲਈ ਪ੍ਰਸ਼ਨ ਉੱਤਰ ਤਿਆਰ ਕਰਨੇ ਸੌਖੇ ਹੋਣ। ਸੋ ਮਨੁੱਖੀ ਜੀਵਨ ਕਾਲ ਨੂੰ ਕਿੰਨੇ ਕਾਲਾਂ ਵਿੱਚ ਵੰਡਿਆ ਗਿਆ ਹੈ? ਬਿਲਕੁਲ ਠੀਕ, ਮਨੁੱਖੀ ਜੀਵਨ ਕਾਲ ਨੂੰ 2 ਕਾਲਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਪੂਰਵ ਇਤਿਹਾਸ ਤੇ ਦੂਸਰਾ ਹੈ ਇਤਿਹਾਸ। ਪੂਰਵ ਇਤਿਹਾਸ ਅਤੇ ਇਤਿਹਾਸ ਵਿੱਚ ਕੀ ਅੰਤਰ ਹੈ? ਸੋ ਪੂਰਵ ਇਤਿਹਾਸ ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਸਬੂਤ ਨਾ ਹੋਵੇ ਉਸ ਨੂੰ ਅਸੀਂ ਪੂਰਵ ਇਤਿਹਾਸ ਕਹਿੰਦੇ ਹਾਂ। ਤੇ ਇਤਿਹਾਸ ਕੀ ਹੁੰਦਾ ਹੈ ਬੇਟਾ? ਯੈਸ, ਬਿਲਕੁਲ ਠੀਕ, ਕਿ ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਸਬੂਤ ਹੁੰਦਾ ਹੈ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ। ਸੋ ਨੈਕਸਟ ਹੈ ਕਿ ਪ੍ਰਾਚੀਨ ਕਾਲ ਵਿੱਚ ਮਨੁੱਖ ਕਿੱਥੇ ਰਹਿੰਦਾ ਸੀ? ਸੋ ਪ੍ਰਾਚੀਨ ਕਾਲ ਵਿੱਚ ਮਨੁੱਖ ਗੁਫਾਵਾਂ ਵਿੱਚ ਰਹਿੰਦਾ ਸੀ ਤੇ ਉਸ ਤੋਂ ਨਾਲ ਆਪਾਂ ਇਹ ਵੀ ਅਧਿਐਨ ਕੀਤਾ ਸੀ ਕਿ ਜੋ ਆਦਿ ਮਨੁੱਖ ਸੀ ਪਹਿਲਾਂ ਤਾਂ ਵਿਚਾਰਾ ਘੁੰਮਦਾ ਫਿਰਦਾ ਹੀ ਰਹਿੰਦਾ ਸੀ, ਠੀਕ ਹੈ, ਉਸਦਾ ਕੋਈ ਵੀ ਇੱਕ ਟਿਕਾਣਾ ਨਹੀਂ ਸੀ। ਸੋ ਇਤਿਹਾਸ ਦੇ ਸਰੋਤਾਂ ਤੋਂ ਕੀ ਭਾਵ ਹੈ? ਵਿਦਿਆਰਥੀਓ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ, ਮੇਰੇ ਨਾਲ ਤੁਸੀਂ ਬੋਲ ਸਕਦੇ ਹੋ ਕਿ ਅਜਿਹੇ ਤੱਥ ਜਿਸ ਤੋਂ ਮਨੁੱਖ ਦੀ ਕਹਾਣੀ ਜਾਣਨ ਵਿੱਚ ਸਹਾਇਤਾ ਮਿਲਦੀ ਹੈ, ਮਨੁੱਖ ਦੇ ਇਤਿਹਾਸ ਬਾਰੇ ਅਸੀਂ ਪਤਾ ਕਰ ਸਕਦੇ ਹਾਂ, ਬੀਤ ਚੁੱਕੇ ਸਮਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ, ਉਹ ਸਾਰੇ ਇਤਿਹਾਸ ਦੇ ਸਰੋਤ ਅਖਵਾਉਂਦੇ ਹਨ। ਸੋ ਅੱਗੇ ਹੈ ਕਿ ਪੁਰਾਤਤਵ ਸਰੋਤਾਂ ਦੀ ਸੂਚੀ ਬਣਾਓ। ਸੋ ਪੁਰਾਤਨ ਇਮਾਰਤਾਂ, ਬਰਤਨ, ਰੋਜ਼ਾਨਾ ਵਰਤੋਂ ਦੀਆਂ ਵਸਤਾਂ, ਸਿੱਕੇ ਅਤੇ ਅਭਿਲੇਖ ਪੁਰਾਤਤਵ ਸਰੋਤ ਹਨ। ਸੋ ਤੁਹਾਨੂੰ ਇੱਕ ਵਾਰ ਫਿਰ ਪਤਾ ਲੱਗ ਗਿਆ ਕਿ ਪੁਰਾਤਤਵ ਸਰੋਤ ਕਿਹੜੇ ਹੁੰਦੇ ਹਨ। ਨੈਕਸਟ, ਵੈਦਿਕ ਸਾਹਿਤ ਦੇ ਕਿਹੜੇ-ਕਿਹੜੇ ਗ੍ਰੰਥ ਮਿਲਦੇ ਹਨ? ਵੈਦਿਕ ਸਾਹਿਤ ਦੇ ਵੇਦ, ਬ੍ਰਾਹਮਣ ਗ੍ਰੰਥ, ਆਰਣਯਕ, ਉਪਨਿਸ਼ਦ, ਸੂਤਰ, ਮਹਾਕਾਵ ਰਾਮਾਇਣ ਅਤੇ ਮਹਾਭਾਰਤ, ਪੁਰਾਣ ਆਦਿ ਮਿਲਦੇ ਹਨ। ਵਿਦਿਆਰਥੀਓ, ਅਗਲਾ ਪ੍ਰਸ਼ਨ, ਸਾਹਿਤਕ ਸਰੋਤਾਂ ਦਾ ਕੀ ਮਹੱਤਵ ਹੈ? ਇਹ ਸਰੋਤ ਧਰਮ ਤੋਂ ਇਲਾਵਾ ਆਪਣੇ ਸਮਕਾਲੀਨ ਘਟਨਾਵਾਂ, ਸਮਕਾਲੀਨ ਮਤਲਬ ਕਿ ਜਦੋਂ ਇਹ ਲਿਖੇ ਗਏ ਉਸ ਸਮੇਂ ਦੌਰਾਨ ਘਟਨਾਵਾਂ ਅਤੇ ਸਮਾਜ ਬਾਰੇ ਜਾਣਕਾਰੀ ਦਿੰਦੇ ਹਨ ਜਿਸ ਸਮੇਂ ਇਹ ਲਿਖੇ ਗਏ ਸਨ। ਸੋ ਸਾਹਿਤਕ ਸਰੋਤ ਇਹਨਾਂ ਦਾ ਕੀ ਮਹੱਤਵ ਹੈ?
ਆਪ ਜੀ ਨੂੰ ਸਮਝ ਆ ਗਿਆ ਹੋਵੇਗਾ। ਨੈਕਸਟ ਹੈ, ਪ੍ਰਾਚੀਨ ਕਾਲ ਵਿੱਚ ਨਿਯਮਾਂ ਅਤੇ ਕਾਨੂੰਨਾਂ ਬਾਰੇ ਲਿਖੀਆਂ ਪੁਸਤਕਾਂ ਨੂੰ ਕੀ ਕਹਿੰਦੇ ਹਨ? ਕਿਸੇ ਇੱਕ ਪੁਸਤਕ ਦਾ ਨਾਮ ਲਿਖੋ। ਸੋ ਪ੍ਰਾਚੀਨ ਕਾਲ ਵਿੱਚ ਨਿਯਮਾਂ ਅਤੇ ਕਾਨੂੰਨਾਂ ਬਾਰੇ ਲਿਖੀਆਂ ਪੁਸਤਕਾਂ ਨੂੰ ਕੀ ਕਹਿੰਦੇ ਸੀ? ਬਿਲਕੁਲ ਠੀਕ ਬੇਟਾ, ਧਾਰਮਿਕ ਗ੍ਰੰਥ ਕਹਿੰਦੇ ਸਨ। ਅਜਿਹੀ ਧਾਰਮਿਕ ਗ੍ਰੰਥ ਦਾ ਨਾਮ ਹੈ, ਬਿਲਕੁਲ ਠੀਕ, ਮਨੂ ਸਮ੍ਰਿਤੀ। ਮੇਰੇ ਨਾਲ ਨਾਲ ਤੁਸੀਂ ਦੁਹਰਾਈ ਕਰਨੀ ਹੈ। ਤੁਸੀਂ ਚਾਹੋ ਤਾਂ ਆਪਣੀ ਕਾਪੀ ਉੱਤੇ ਮੁੱਖ ਗੱਲਾਂ ਨੂੰ ਲਿਖ ਸਕਦੇ ਹੋ, ਔਰ ਜਿੰਨੀ ਬੇਟਾ ਤੁਸੀਂ ਇਹ ਦੁਹਰਾਈ ਕਰੋਗੇ ਓਨੀ ਛੇਤੀ ਤੁਹਾਨੂੰ ਇਹ ਪਾਠ ਯਾਦ ਹੋਏਗਾ, ਓਨੇ ਹੀ ਇਹ ਸਾਰੇ ਪ੍ਰਸ਼ਨ ਉੱਤਰ ਤੁਹਾਨੂੰ ਪੱਕੇ ਹੋ ਜਾਣਗੇ ਤੇ ਤੁਹਾਡੇ ਲਈ ਪਾਠ ਵਿੱਚ ਦਿੱਤੇ ਗਏ ਜਿੰਨੇ ਵੀ ਪ੍ਰਸ਼ਨ ਉੱਤਰ ਹਨ ਉਹ ਤੁਹਾਨੂੰ ਕਰਨੇ ਅਤੇ ਲਿਖਣੇ ਸੌਖੇ ਹੋ ਜਾਣਗੇ। ਸੋ ਨੈਕਸਟ ਹੈ, ਕੌਟਲਿਆ ਕੌਣ ਸੀ? ਉਸ ਦੁਆਰਾ ਸ਼ਾਸਨ ਪ੍ਰਬੰਧ ਬਾਰੇ ਲਿਖੀ ਪੁਸਤਕ ਦਾ ਕੀ ਨਾਂ ਹੈ? ਪ੍ਰਸ਼ਨ ਫੇਰ ਸੁਣੋ। ਕੌਟਲਿਆ ਕੌਣ ਸੀ? ਉਸ ਦੁਆਰਾ ਸ਼ਾਸਨ ਪ੍ਰਬੰਧ ਬਾਰੇ ਲਿਖੀ ਪੁਸਤਕ ਦਾ ਕੀ ਨਾਂ ਹੈ? ਸੋ ਉੱਤਰ, ਕੌਟਲਿਆ ਚੰਦਰਗੁਪਤ ਮੌਰਿਆ ਦਾ ਮੰਤਰੀ ਅਤੇ ਤਕਸ਼ਿਲਾ ਨਾਲੰਦਾ ਯੂਨੀਵਰਸਿਟੀ ਵਿੱਚ ਅਧਿਆਪਕ ਸੀ। ਇੱਕ ਵਾਰ ਫੇਰ, ਕੌਟਲਿਆ ਚੰਦਰਗੁਪਤ ਮੌਰਿਆ ਦਾ ਮੰਤਰੀ ਅਤੇ ਤਕਸ਼ਿਲਾ ਨਾਲੰਦਾ ਯੂਨੀਵਰਸਿਟੀ ਵਿੱਚ ਅਧਿਆਪਕ ਸੀ। ਉਸ ਦੁਆਰਾ ਸ਼ਾਸਨ ਪ੍ਰਬੰਧ ਬਾਰੇ ਲਿਖੀ ਪੁਸਤਕ ਦਾ ਨਾਂ ਅਰਥ ਸ਼ਾਸਤਰ ਹੈ। ਉਸ ਦੁਆਰਾ ਸ਼ਾਸਨ ਪ੍ਰਬੰਧ ਬਾਰੇ ਲਿਖੀ ਪੁਸਤਕ ਦਾ ਨਾਂ ਅਰਥ ਸ਼ਾਸਤਰ ਹੈ। ਸੋ ਅਗਲਾ ਪ੍ਰਸ਼ਨ, ਕਿ ਸਾਹਿਤਕ ਸਰੋਤਾਂ ਦਾ ਕੀ ਮਹੱਤਵ ਹੈ? ਸਾਹਿਤਕ ਸਰੋਤਾਂ ਦਾ ਕੀ ਮਹੱਤਵ ਹੈ? ਸੋ ਬਹੁਤ ਸੌਖਾ ਉੱਤਰ ਹੈ ਬੇਟਾ, ਕਿ ਇਹ ਸਰੋਤ ਧਰਮ ਤੋਂ ਇਲਾਵਾ ਆਪਣੇ ਸਮਕਾਲੀਨ ਘਟਨਾਵਾਂ ਅਤੇ ਸਮਾਜ ਬਾਰੇ ਜਾਣਕਾਰੀ ਦਿੰਦੇ ਹਨ ਜਿਸ ਸਮੇਂ ਇਹ ਲਿਖੇ ਗਏ ਹਨ। ਸੋ ਇਹ ਪ੍ਰਸ਼ਨ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੋਵੇਗਾ। ਸੋ ਆਓ ਨੈਕਸਟ ਪ੍ਰਸ਼ਨ ਦੇਖੀਏ ਕਿ ਅੱਗੇ ਹੋਰ ਕਿਸ ਤਰ੍ਹਾਂ ਦੇ ਪ੍ਰਸ਼ਨ ਹਨ। ਸੋ ਨੈਕਸਟ ਹੈ, ਪੁਰਾਤੱਤਵ ਵਿਗਿਆਨੀ ਕਿਸ ਨੂੰ ਕਹਿੰਦੇ ਹਨ? ਫਿਰ ਪੁਰਾਤੱਤਵ ਵਿਗਿਆਨੀ ਕਿਸ ਨੂੰ ਕਹਿੰਦੇ ਹਨ? ਕੀ ਉੱਤਰ ਹੈ? ਸ਼ਾਬਾਸ਼, ਪੁਰਾਤੱਤਵ ਸਰੋਤਾਂ ਦਾ ਅਧਿਐਨ ਕਰਨ ਵਾਲੇ ਨੂੰ ਪੁਰਾਤੱਤਵ ਵਿਗਿਆਨੀ ਕਹਿੰਦੇ ਹਨ। ਫਿਰ ਦੇਖੋ ਕਿ ਪੁਰਾਤੱਤਵ ਸਰੋਤਾਂ ਦਾ ਅਧਿਐਨ ਕਰਨ ਵਾਲੇ ਨੂੰ ਪੁਰਾਤੱਤਵ ਵਿਗਿਆਨੀ ਕਹਿੰਦੇ ਹਨ। ਸੋ ਪਿੱਛੇ ਤੁਸੀਂ ਦੇਖਿਆ ਕਿ ਪੁਰਾਤੱਤਵ ਸਰੋਤ ਕੀ ਹੁੰਦੇ ਹਨ। ਪੁਰਾਤੱਤਵ ਸਰੋਤਾਂ ਦੀ ਸੂਚੀ ਬਣਾਓ, ਇੱਕ ਪ੍ਰਸ਼ਨ ਤੁਸੀਂ ਹੁਣੇ ਸਮਝਿਆ ਸੀ। ਸੋ ਇਸ ਸਭ ਦਾ ਅਧਿਐਨ ਜੋ ਕਰਦਾ ਹੈ ਉਸ ਨੂੰ ਅਸੀਂ ਪੁਰਾਤੱਤਵ ਵਿਗਿਆਨੀ ਆਖਦੇ ਹਾਂ। ਨੈਕਸਟ ਪ੍ਰਸ਼ਨ, ਪ੍ਰਾਚੀਨ ਕਾਲ ਦੇ ਸਿੱਕੇ ਕਿਹੜੀ ਧਾਤ ਤੋਂ ਬਣਾਏ ਜਾਂਦੇ ਸਨ? ਫਿਰ ਸੁਣੋ ਕਿ ਪ੍ਰਾਚੀਨ ਕਾਲ ਦੇ ਸਿੱਕੇ ਕਿਹੜੀ ਧਾਤ ਤੋਂ ਬਣਾਏ ਜਾਂਦੇ ਸਨ? ਉੱਤਰ, ਪ੍ਰਾਚੀਨ ਕਾਲ ਵਿੱਚ ਸਿੱਕੇ ਸੋਨੇ,
ਚਾਂਦੀ, ਤਾਂਬੇ ਅਤੇ ਕਲੀ ਦੇ ਬਣਾਏ ਜਾਂਦੇ ਸਨ। ਸੋ ਯਾਦ ਰੱਖਣਾ ਬੇਟਾ ਕਿ ਸੋਨੇ, ਚਾਂਦੀ, ਤਾਂਬੇ ਅਤੇ ਕਲੀ ਦੇ ਬਣਾਏ ਜਾਂਦੇ ਸਨ। ਨੈਕਸਟ ਹੈ, ਇਹਨਾਂ ਸਿੱਕਿਆਂ ਤੋਂ ਸਾਨੂੰ ਲੋਕਾਂ ਦੇ ਜੀਵਨ ਦੇ ਕਿਸ ਪੱਖ ਦੀ ਜਾਣਕਾਰੀ ਮਿਲਦੀ ਹੈ? ਇਹਨਾਂ ਸਿੱਕਿਆਂ ਤੋਂ ਸਾਨੂੰ ਲੋਕਾਂ ਦੇ ਜੀਵਨ ਦੇ ਕਿਸ ਪੱਖ ਦੀ ਜਾਣਕਾਰੀ ਮਿਲਦੀ ਹੈ? ਸੋ ਕੀ ਉੱਤਰ ਹੋਏਗਾ ਕਿ ਇਹਨਾਂ ਸਿੱਕਿਆਂ ਤੋਂ ਸਾਨੂੰ ਲੋਕਾਂ ਦੇ ਜੀਵਨ ਦੇ ਆਰਥਿਕ ਪੱਖ ਦੀ ਜਾਣਕਾਰੀ ਮਿਲਦੀ ਹੈ। ਆਰਥਿਕ ਪੱਖ ਕੀ ਹੁੰਦਾ ਬੇਟਾ? ਜੋ ਕਮਾਈ ਲਈ ਜਾਂ ਗੁਜ਼ਾਰੇ ਲਈ ਜਾਂ ਪੈਸੇ ਵਾਸਤੇ ਜੋ ਵੀ ਕੰਮਕਾਰ, ਜੋ ਵੀ ਕਿਰਿਆਵਾਂ ਹੁੰਦੀਆਂ ਹਨ, ਉਸ ਨੂੰ ਅਸੀਂ ਆਰਥਿਕ ਪੱਖ ਕਹਿੰਦੇ ਹਾਂ। ਨੈਕਸਟ ਹੈ, ਸਿੱਕਿਆਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਫਿਰ ਸੁਣੋ, ਸਿੱਕਿਆਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਬਹੁਤ ਸੌਖਾ ਉੱਤਰ ਹੈ ਕਿ ਸਿੱਕਿਆਂ ਦੇ ਅਧਿਐਨ ਨੂੰ ਸਿੱਕਿਆਂ ਦੀ ਵਿਦਿਆ ਕਿਹਾ ਜਾਂਦਾ ਹੈ। ਫਿਰ ਸੁਣੋ ਕਿ ਸਿੱਕਿਆਂ ਦੇ ਅਧਿਐਨ ਨੂੰ ਸਿੱਕਿਆਂ ਦੀ ਵਿਦਿਆ ਕਿਹਾ ਜਾਂਦਾ ਹੈ। ਸੋ ਬੇਟਾ, ਹੁਣ ਤੱਕ ਅਸੀਂ ਜਿੰਨੇ ਪ੍ਰਸ਼ਨ ਕੀਤੇ ਨੇ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਪ੍ਰਸ਼ਨ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ, ਔਰ ਮੈਂ ਇਹ ਵੀ ਆਸ ਕਰਦਾ ਹਾਂ ਕਿ ਤੁਸੀਂ ਇਹਨਾਂ ਨੂੰ ਨਾਲ ਦੀ ਨਾਲ ਹੀ ਨੋਟ ਵੀ ਕਰ ਰਹੇ ਹੋਵੋਗੇ। ਸੋ ਵਿਦਿਆਰਥੀਓ, ਆਓ ਆਪਾਂ ਅੱਗੇ ਵਧੀਏ ਅਤੇ ਹੋਰ ਪ੍ਰਸ਼ਨਾਂ ਦੇ ਦੁਆਰਾ ਆਪਾਂ ਇਸ ਪਾਠ ਦੀ ਚੰਗੀ ਤਰ੍ਹਾਂ ਦੁਹਰਾਈ ਕਰੀਏ। ਸੋ ਨੈਕਸਟ ਹੈ, ਸ਼ਿਲਾਲੇਖ ਤੋਂ ਕੀ ਭਾਵ ਹੈ? ਫਿਰ ਸੁਣੋ, ਸ਼ਿਲਾਲੇਖ ਤੋਂ ਕੀ ਭਾਵ ਹੈ? ਸ਼ਿਲਾਲੇਖਾਂ ਉਹਨਾਂ ਲੇਖਾਂ ਨੂੰ ਕਹਿੰਦੇ ਹਨ ਜੋ ਪੱਥਰ ਦੇ ਸਤੰਭਾਂ, ਚੱਟਾਨਾਂ, ਤਾਂਬੇ ਦੀਆਂ ਪਲੇਟਾਂ, ਮਿੱਟੀ ਦੀ ਤਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ ਤੇ ਪ੍ਰਚਲਿਤ ਸੰਕੇਤਾਂ ਜਾਂ ਅੱਖਰਾਂ ਵਿੱਚ ਖੁਦੇ ਹੁੰਦੇ ਹਨ। ਤੁਹਾਡੇ ਸਾਹਮਣੇ ਬੇਟਾ ਇਸ ਤਸਵੀਰ ਦੇ ਵਿੱਚ ਤੁਸੀਂ ਦੇਖੋ ਧਿਆਨ ਦੇ ਨਾਲ ਕਿ ਪੱਥਰਾਂ ਦੇ ਉੱਤੇ ਕੁਝ ਲਿਖਿਆ ਹੋਇਆ ਹੈ, ਚੱਟਾਨਾਂ ਦੇ ਉੱਤੇ ਕੁਝ ਲਿਖਿਆ ਹੋਇਆ ਹੈ। ਉਸ ਸਮੇਂ ਦੀ ਜੋ ਲਿਖਣ ਵਾਲੀ ਲਿਪੀ ਸੀ, ਉਹਦੇ ਵਿੱਚ ਜੋ ਕੁਝ ਲਿਖਿਆ ਗਿਆ ਹੈ, ਸੋ ਇਹ ਸ਼ਿਲਾਲੇਖ ਹਨ। ਸ਼ਿਲਾਲੇਖਾਂ ਦੇ ਅਧਿਐਨ ਨੂੰ ਕੀ ਕਹਿੰਦੇ ਹਨ? ਸ਼ਿਲਾਲੇਖਾਂ ਦੇ ਅਧਿਐਨ ਨੂੰ ਪੁਰਾਲੇਖ ਵਿਦਿਆ ਕਹਿੰਦੇ ਹਨ। ਯਾਦ ਰੱਖਣਾ ਹੈ ਕਿ ਸ਼ਿਲਾਲੇਖਾਂ ਦੇ ਅਧਿਐਨ ਨੂੰ ਪੁਰਾਲੇਖ ਵਿਦਿਆ ਕਹਿੰਦੇ ਹਨ। ਨੈਕਸਟ ਹੈ, ਇਤਿਹਾਸ ਕਿਸ ਚੀਜ਼ ਦਾ ਅਧਿਐਨ ਹੈ? ਇਤਿਹਾਸ ਕਿਸ ਚੀਜ਼ ਦਾ ਅਧਿਐਨ ਹੈ? ਇਤਿਹਾਸ ਅਤੀਤ ਦਾ ਅਧਿਐਨ ਹੈ। ਯਾਦ ਰੱਖਣਾ ਹੈ, ਇਤਿਹਾਸ ਅਤੀਤ ਦਾ ਅਧਿਐਨ ਹੈ। ਨੈਕਸਟ ਕੁਐਸਚਨ, ਮਹਾਰਿਸ਼ੀ ਵਾਲਮੀਕ ਜੀ ਦੁਆਰਾ ਰਚਿਤ ਰਾਮਾਇਣ ਵਿੱਚ ਕਿੰਨੇ ਸ਼ਲੋਕ ਹਨ? ਫਿਰ ਸੁਣੋ, ਮਹਾਰਿਸ਼ੀ ਵਾਲਮੀਕੀ ਜੀ ਦੁਆਰਾ ਰਚਿਤ ਰਾਮਾਇਣ ਵਿੱਚ ਕਿੰਨੇ ਸ਼ਲੋਕ ਹਨ? ਸੋ ਉੱਤਰ 24,000 ਸ਼ਲੋਕ। ਸ਼ਾਬਾਸ਼, ਯਾਦ ਰੱਖਣਾ ਹੈ ਕਿੰਨੇ ਹਨ? 24,000 ਸ਼ਲੋਕ ਦਰਜ ਕੀਤੇ ਗਏ ਹਨ। ਅੱਗੇ ਹੈ ਬੇਟਾ ਕਿ ਸ਼ਿਲਾਲੇਖ ਇਤਿਹਾਸ ਜਾਣਨ ਵਿੱਚ ਸਾਡੀ ਸਹਾਇਤਾ ਕਿਸ ਤਰ੍ਹਾਂ ਕਰਦੇ ਹਨ? ਪ੍ਰਸ਼ਨ ਦੁਬਾਰਾ ਸੁਣੋ,
ਕਿ ਸ਼ਿਲਾਲੇਖ ਇਤਿਹਾਸ ਜਾਣਨ ਵਿੱਚ ਸਾਡੀ ਸਹਾਇਤਾ ਕਿਸ ਤਰ੍ਹਾਂ ਕਰਦੇ ਹਨ। ਵਿਦਿਆਰਥੀਓ, ਇਸ ਸਭ ਬਾਰੇ ਤੁਸੀਂ ਪਾਠ ਵਿੱਚ ਪੂਰੀ ਹੀ ਵਿਸਤਾਰ ਦੇ ਨਾਲ ਪੜ੍ਹ ਚੁੱਕੇ ਹੋ। ਤੁਸੀਂ ਆਪ ਵੀ ਨਾਲ ਦੀ ਨਾਲ ਪ੍ਰਸ਼ਨਾਂ ਦੇ ਉੱਤਰਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ। ਸੋਚੋ ਕਿ ਜਦੋਂ ਇਸ ਬਾਰੇ ਸਮਝਾਇਆ ਗਿਆ ਸੀ ਤਾਂ ਉਹ ਕਿਹੜੀਆਂ-ਕਿਹੜੀਆਂ ਗੱਲਾਂ ਸਨ ਜੋ ਤੁਸੀਂ ਸਮਝੀਆਂ ਸੀ। ਆਓ ਇਸ ਦਾ ਉੱਤਰ ਦੇਖੀਏ ਕਿ ਸ਼ਿਲਾਲੇਖ ਉਹਨਾਂ ਲੇਖਾਂ ਨੂੰ ਕਹਿੰਦੇ ਹਨ ਜੋ ਪੱਥਰ ਦੇ ਸਤੰਭਾਂ, ਚੱਟਾਨਾਂ, ਤਾਂਬੇ ਦੀਆਂ ਪਲੇਟਾਂ, ਮਿੱਟੀ ਦੀ ਤਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ ਤੇ ਪ੍ਰਚਲਿਤ ਸੰਕੇਤਾਂ ਜਾਂ ਅੱਖਰਾਂ ਵਿੱਚ ਖੁਦੇ ਹੁੰਦੇ ਹਨ। ਇਹਨਾਂ ਵਿੱਚ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਹੈ ਜਿਸ ਸਮੇਂ ਇਹ ਲਿਖੇ ਗਏ। ਸਮਰਾਟ ਅਸ਼ੋਕ ਦੇ ਸ਼ਿਲਾਲੇਖ ਉਸ ਦੇ ਧਰਮ ਅਤੇ ਰਾਜ ਵਿਸਤਾਰ ਬਾਰੇ ਦੱਸਦੇ ਹਨ। ਸਮੁੰਦਰਗੁਪਤ ਅਤੇ ਸਕੰਦਗੁਪਤ ਦੇ ਸ਼ਿਲਾਲੇਖਾਂ ਤੋਂ ਸਾਨੂੰ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਪਤਾ ਲੱਗਦਾ ਹੈ। ਤਾਮਰ ਪੱਤਰ, ਜੋ ਕਿ ਇੱਕ ਸਰਕਾਰੀ ਦਸਤਾਵੇਜ਼ ਹੁੰਦਾ ਸੀ, ਉਸ ਤੋਂ ਭੂਮੀ ਦੇ ਖਰੀਦਣ ਵੇਚਣ ਅਤੇ ਭੂਮੀ ਦਾਨ ਕਰਨ ਦੀ ਵਿਵਸਥਾ ਬਾਰੇ ਪਤਾ ਚੱਲਦਾ ਹੈ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਸ ਤਰ੍ਹਾਂ ਸ਼ਿਲਾਲੇਖ ਇਤਿਹਾਸ ਜਾਣਨ ਵਿੱਚ ਸਾਡੀ ਮਦਦ ਕਰਦੇ ਹਨ। ਸੋ ਨੈਕਸਟ ਚੱਲਦੇ ਹਾਂ ਬੇਟਾ ਅੱਗੇ। ਅਗਲੇ ਪ੍ਰਸ਼ਨ ਕਿ ਮਹਾਕਾਵ ਸਰੋਤ ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੇ ਹਨ। ਫਿਰ ਸੁਣੋ ਕਿ ਮਹਾਕਾਵ ਸਰੋਤ ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੇ ਹਨ। ਸੂਤਰ ਹੈ ਰਾਮਾਇਣ ਅਤੇ ਮਹਾਭਾਰਤ ਨਾਂ ਦੇ ਦੋ ਮਹਾਕਾਵ ਵੈਦਿਕ ਕਾਲ ਵਿੱਚ ਲਿਖੇ ਗਏ ਸਨ। ਤੁਸੀਂ ਯਾਦ ਰੱਖਣਾ ਬੇਟਾ ਇਹਨਾਂ ਦੋਵਾਂ ਨੂੰ। ਰਾਮਾਇਣ ਅਤੇ ਮਹਾਭਾਰਤ ਨਾਂ ਦੇ ਦੋ ਮਹਾਕਾਵ ਵੈਦਿਕ ਕਾਲ ਵਿੱਚ ਲਿਖੇ ਗਏ ਸਨ। ਇਹਨਾਂ ਮਹਾਕਾਵਾਂ ਤੋਂ ਸਾਨੂੰ ਪ੍ਰਾਚੀਨ ਭਾਰਤੀ ਇਤਿਹਾਸ, ਵਿਸ਼ੇਸ਼ ਤੌਰ ਤੇ ਆਰੀਆ ਦੇ ਆਉਣ ਤੋਂ ਬਾਅਦ ਪ੍ਰਾਚੀਨ ਭਾਰਤ ਦੀ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸਥਿਤੀ ਬਾਰੇ ਪਤਾ ਲੱਗਦਾ ਹੈ। ਸੋ ਨੈਕਸਟ, ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਕੀ ਜਾਣਕਾਰੀ ਮਿਲਦੀ ਹੈ। ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਕੀ ਜਾਣਕਾਰੀ ਮਿਲਦੀ ਹੈ। ਉੱਤਰ, ਕਈ 100 ਸਾਲ ਪਹਿਲਾਂ ਬਣੇ ਸਤੰਭਾਂ, ਕਿਲਿਆਂ ਅਤੇ ਮਹੱਲਾਂ ਆਦਿ ਨੂੰ ਸਮਾਰਕ ਕਹਿੰਦੇ ਹਨ। ਸੋ ਪਹਿਲਾਂ ਯਾਦ ਰੱਖੋ ਕਿ ਸਮਾਰਕ ਹੁੰਦੇ ਕੀ ਹੈ ਕਿ ਕਈ 100 ਸਾਲ ਪਹਿਲਾਂ ਬਣੇ ਸਤੰਭਾਂ, ਕਿਲਿਆਂ ਅਤੇ ਮਹੱਲਾਂ ਨੂੰ ਸਮਾਰਕ ਕਹਿੰਦੇ ਹਨ। ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਮਹੱਤਵਪੂਰਨ ਜਾਣਕਾਰੀ ਤੋਂ ਇਲਾਵਾ ਪ੍ਰਾਚੀਨ ਸਮੇਂ ਦੇ ਸੱਭਿਆਚਾਰਕ ਜੀਵਨ ਬਾਰੇ ਵੀ ਪਤਾ ਚੱਲਦਾ ਹੈ। ਵਿਦਿਆਰਥੀਓ, ਇਸ ਦੇ ਨਾਲ ਹੀ ਤੁਹਾਨੂੰ ਕੁਝ ਤਸਵੀਰਾਂ ਦਿਖਾਈ ਦੇ ਰਹੀਆਂ ਹਨ। ਚਾਰ ਮੀਨਾਰ, ਲਾਲ ਕਿਲਾ, ਤਾਜ ਮਹਿਲ। ਸੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਇਹਨਾਂ ਬਾਰੇ ਹੋਰ ਜਾਣਨ ਦਾ ਵੀ ਪਤਾ ਕਰੋ। ਹੋਰ ਜਾਣਕਾਰੀ ਜੋ ਹੈ ਤੁਸੀਂ ਇਕੱਠੀ ਕਰਨੀ ਹੈ। ਸੋ ਨੈਕਸਟ, ਇਤਿਹਾਸ ਦੇ ਸਾਹਿਤਕ ਸਰੋਤਾਂ ਤੇ
ਨੋਟ ਲਿਖੋ। ਪ੍ਰਸ਼ਨ ਦੁਬਾਰਾ ਸੁਣੋ। ਇਤਿਹਾਸ ਦੇ ਸਾਹਿਤਕ ਸਰੋਤਾਂ ਤੇ ਨੋਟ ਲਿਖੋ। ਸੋ ਉੱਤਰ ਹੈ ਕਿ ਇਤਿਹਾਸ ਦੇ ਸਾਹਿਤਕ ਸਰੋਤਾਂ ਵਿੱਚ ਵੇਦ, ਬ੍ਰਾਹਮਣ ਗ੍ਰੰਥ, ਆਰਣਯਕ, ਉਪਨਿਸ਼ਦ, ਸੂਤਰ, ਮਹਾਕਾਵ, ਪੁਰਾਣ, ਬੋਧੀ ਅਤੇ ਜੈਨ ਗ੍ਰੰਥ ਆਦਿ ਸ਼ਾਮਲ ਹਨ। ਇਹ ਗ੍ਰੰਥ ਸਾਨੂੰ ਧਰਮ ਤੋਂ ਇਲਾਵਾ ਉਸ ਸਮੇਂ ਦੀਆਂ ਘਟਨਾਵਾਂ ਅਤੇ ਸਮਾਜ ਬਾਰੇ ਜਾਣਕਾਰੀ ਦਿੰਦੇ ਹਨ ਜਿਸ ਸਮੇਂ ਇਹ ਲਿਖੇ ਗਏ ਸਨ। ਸੋ ਵਿਦਿਆਰਥੀਓ, ਇਹਨਾਂ ਤੁਕਾਂ ਨੂੰ ਤੁਸੀਂ ਕਈ ਵਾਰ ਪੜ੍ਹਿਆ ਹੈ। ਇਸ ਪਾਠ ਦੇ ਅਧਿਐਨ ਦੌਰਾਨ ਬਾਰ-ਬਾਰ ਤੁਹਾਡੇ ਸਾਹਮਣੇ ਇਹ ਲਾਈਨਾਂ ਆਈਆਂ ਹਨ। ਸੋ ਹੁਣ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਕਿ ਜੋ ਇਤਿਹਾਸਕ ਸਰੋਤ ਹਨ ਉਹ ਜਿਸ ਸਮੇਂ ਲਿਖੇ ਗਏ, ਜਿਸ ਸਮੇਂ ਉਹਨਾਂ ਦੀ ਰਚਨਾ ਹੋਈ, ਉਹ ਉਸੇ ਸਮੇਂ ਦੀਆਂ ਘਟਨਾਵਾਂ ਬਾਰੇ ਸਾਨੂੰ ਦੱਸਦੇ ਹਨ ਤੇ ਸਾਨੂੰ ਉਸ ਸਮੇਂ ਦੀਆਂ ਘਟਨਾਵਾਂ, ਉਸ ਸਮੇਂ ਦੇ ਰੀਤੀ ਰਿਵਾਜ, ਉਹਨਾਂ ਗੱਲਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਉਦੋਂ ਕਿਸ ਤਰ੍ਹਾਂ ਦਾ ਸਮਾਂ ਸੀ, ਉਦੋਂ ਕੀ ਲੋਕ ਵਿਹਾਰ ਸਨ। ਇਹ ਸਾਰਾ ਕੁਝ ਸਾਨੂੰ ਇਤਿਹਾਸਕ ਸਰੋਤ ਦੱਸਦੇ ਹਨ। ਸੋ ਅੱਗੇ ਦੇਖੀਏ ਕਿ ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਨਾਲ ਸੰਬੰਧਿਤ ਪੁਸਤਕਾਂ, ਜਿਨ੍ਹਾਂ ਨੂੰ ਧਾਰਮਿਕ ਸ਼ਾਸਤਰ ਕਿਹਾ ਜਾਂਦਾ ਹੈ, ਇਹਨਾਂ ਦੀ ਵੀ ਰਚਨਾ ਹੋਈ। ਅਜਿਹੀਆਂ ਪੁਸਤਕਾਂ ਵਿੱਚੋਂ ਇੱਕ ਪੁਸਤਕ ਦਾ ਨਾਮ ਮਨੂ ਸਮ੍ਰਿਤੀ ਹੈ। ਆਪਾਂ ਪਿੱਛੇ ਪ੍ਰਸ਼ਨ ਕੀਤਾ ਸੀ, ਉਦੋਂ ਵੀ ਮਨੂ ਸਮ੍ਰਿਤੀ ਬਾਰੇ ਆਪਾਂ ਗੱਲ ਕੀਤੀ ਸੀ। ਸੋ ਕੌਟਲਿਆ ਨੇ ਸ਼ਾਸਨ ਪ੍ਰਬੰਧ ਬਾਰੇ ਅਰਥ ਸ਼ਾਸਤਰ ਨਾਂ ਦਾ ਗ੍ਰੰਥ ਲਿਖਿਆ। ਯਾਦ ਰੱਖਣਾ ਹੈ, ਕੌਟਲਿਆ ਨੇ ਕਿਹੜਾ ਗ੍ਰੰਥ ਲਿਖਿਆ ਸੀ? ਅਰਥ ਸ਼ਾਸਤਰ ਨਾਂ ਦਾ। ਭਾਸ ਅਤੇ ਕਾਲੀਦਾਸ ਆਦਿ ਵਿਦਵਾਨਾਂ ਦੁਆਰਾ ਬਹੁਤ ਸਾਰੇ ਨਾਟਕ ਲਿਖੇ ਗਏ, ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ। ਸੋ ਇਹਨਾਂ ਵਿਦਵਾਨਾਂ ਦੇ ਨਾਮ ਵੀ ਯਾਦ ਕਰੋ, ਭਾਸ ਅਤੇ ਕਾਲੀਦਾਸ। ਕਹਾਣੀ ਲਿਖਣ ਦਾ ਆਰੰਭ ਵੀ ਭਾਰਤ ਵਿੱਚੋਂ ਹੀ ਹੋਇਆ ਸੀ। ਇਸ ਤੋਂ ਇਲਾਵਾ ਆਰੀਆ ਭੱਟ ਅਤੇ ਬ੍ਰਾਹਮਿਹਿਰ ਆਦਿ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਬਾਰੇ ਪੁਸਤਕਾਂ ਲਿਖੀਆਂ। ਸੋ ਵਿਦਿਆਰਥੀਓ, ਇਹਨਾਂ ਵਿਗਿਆਨੀਆਂ ਦੇ ਨਾਮ ਵੀ ਤੁਸੀਂ ਯਾਦ ਰੱਖਣੇ ਹਨ। ਨੈਕਸਟ ਆਓ ਹੋਰ ਅਧਿਐਨ ਕਰੀਏ। ਖਾਲੀ ਸਥਾਨ ਭਰੋ। ਸਭ ਤੋਂ ਪਹਿਲਾਂ ਇਤਿਹਾਸ ਡੈਸ਼ ਦਾ ਅਧਿਐਨ ਹੈ। ਬਿਲਕੁਲ ਠੀਕ ਕਿ ਇਤਿਹਾਸ ਅਤੀਤ ਦਾ ਅਧਿਐਨ ਹੈ। ਨੈਕਸਟ, ਕੌਟਲਿਆ ਨੇ ਸ਼ਾਸਨ ਪ੍ਰਬੰਧ ਬਾਰੇ ਕਿਹੜਾ ਗ੍ਰੰਥ ਲਿਖਿਆ ਸੀ? ਯੈਸ, ਇਸੇ ਬਲੈਂਕ ਵਿੱਚ ਆਪਾਂ ਫਿਲ ਕਰਾਂਗੇ। ਕੌਟਲਿਆ ਨੇ ਸ਼ਾਸਨ ਪ੍ਰਬੰਧ ਬਾਰੇ ਅਰਥ ਸ਼ਾਸਤਰ ਨਾਂ ਦਾ ਗ੍ਰੰਥ ਲਿਖਿਆ। ਉਸ ਤੋਂ ਬਾਅਦ ਹੈ, ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਸਬੂਤ ਹੁੰਦਾ ਹੈ। ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਸਬੂਤ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਹਨ? ਬਿਲਕੁਲ ਠੀਕ, ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ। ਤੇ ਇੱਥੇ ਯਾਦ ਕਰੋ ਬੇਟਾ ਕਿ ਜਿਸ ਸਮੇਂ ਦਾ ਸਾਡੇ ਕੋਲ ਕੋਈ ਵੀ ਲਿਖਤੀ ਸਬੂਤ ਨਾ ਹੋਵੇ, ਉਸ ਨੂੰ ਅਸੀਂ ਕੀ ਕਹਾਂਗੇ? ਸ਼ਾਬਾਸ਼, ਪੂਰਵ ਇਤਿਹਾਸ। ਸੋ ਨੈਕਸਟ, ਡੈਸ਼ ਤੋਂ ਭੂਮੀ ਦੇ ਖਰੀਦਣ, ਵੇਚਣ ਅਤੇ ਭੂਮੀ ਦਾਨ ਕਰਨ ਦੀ
ਵਿਵਸਥਾ ਬਾਰੇ ਪਤਾ ਚੱਲਦਾ ਹੈ। ਸੋ ਕਿਸ ਤੋਂ ਪਤਾ ਚੱਲਦਾ ਸੀ? ਤਾਮਰ ਪੱਤਰਾਂ ਤੋਂ। ਬਿਲਕੁਲ ਠੀਕ, ਤਾਮਰ ਪੱਤਰਾਂ ਤੋਂ। ਨੈਕਸਟ, ਮਨੂ ਸਮ੍ਰਿਤੀ ਇੱਕ ਡੈਸ਼ ਹੈ। ਹੁਣੇ ਆਪਾਂ ਕੀਤਾ ਥੋੜੀ ਦੇਰ ਪਹਿਲਾਂ। ਮਨੂ ਸਮ੍ਰਿਤੀ ਇੱਕ ਧਾਰਮਿਕ ਸ਼ਾਸਤਰ ਹੈ। ਨੈਕਸਟ ਹੈ, ਮਨੁੱਖ ਨੂੰ ਵਰਤਮਾਨ ਯੁੱਗ ਵਿੱਚ ਪਹੁੰਚਣ ਲਈ ਡੈਸ਼ ਸਾਲ ਲੱਗ ਗਏ ਹਨ। ਕਿੰਨੇ ਕੁ ਸਾਲ ਲੱਗ ਗਏ? ਤੁਸੀਂ ਹੈਰਾਨ ਰਹਿ ਜਾਓਗੇ, ਲੱਖਾਂ ਹੀ ਸਾਲ ਲੱਗ ਗਏ ਵਿਦਿਆਰਥੀਓ। ਸ਼ੁਰੂ ਵਿੱਚ ਮਨੁੱਖ ਕਿੱਥੇ ਰਹਿੰਦਾ ਸੀ? ਸ਼ੁਰੂ ਵਿੱਚ ਮਨੁੱਖ, ਬਿਲਕੁਲ ਠੀਕ, ਗੁਫਾਵਾਂ ਵਿੱਚ ਰਹਿੰਦਾ ਸੀ। ਨੈਕਸਟ, ਇੱਕ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਜ਼ਰੂਰੀ ਹੈ। ਵਿਦਿਆਰਥੀਓ, ਯਾਦ ਰੱਖਣਾ ਹੈ ਕਿ ਅਗਰ ਅਸੀਂ ਭਵਿੱਖ ਵਧੀਆ ਉਸਾਰਨਾ ਹੈ ਤਾਂ ਸਾਨੂੰ ਆਪਣੇ ਬੀਤੇ ਸਮੇਂ ਤੋਂ ਸਿੱਖਣ ਦੀ ਲੋੜ ਹੁੰਦੀ ਹੈ। ਸੋ ਇਤਿਹਾਸ ਸਾਨੂੰ ਬੀਤੇ ਸਮੇਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਦਿੰਦਾ ਹੈ। ਨੈਕਸਟ ਹੈ ਬੱਚਿਓ, ਕਿ ਤੱਥ ਜਿਸ ਤੋਂ ਮਨੁੱਖ ਦੀ ਕਹਾਣੀ ਜਾਣਨ ਵਿੱਚ ਸਹਾਇਤਾ ਮਿਲਦੀ ਹੈ ਉਹ ਇਤਿਹਾਸਕ ਸਰੋਤ ਹੁੰਦੇ ਹਨ। ਨੈਕਸਟ, ਡੈਸ਼ ਅਤੇ ਡੈਸ਼ ਦੇ ਖੇਤਰ ਵਿੱਚ ਦੂਸਰੇ ਦੇਸ਼ਾਂ ਨਾਲੋਂ ਭਾਰਤੀ ਬਹੁਤ ਅੱਗੇ ਸਨ। ਤੁਸੀਂ ਹੈਰਾਨ ਹੋਵੋਗੇ ਵਿਦਿਆਰਥੀਓ, ਤੇ ਤੁਹਾਨੂੰ ਗਰਵ ਵੀ ਹੋਏਗਾ ਕਿ ਵਿਗਿਆਨ ਅਤੇ ਗਣਿਤ ਦੇ ਖੇਤਰ ਵਿੱਚ ਦੂਸਰੇ ਦੇਸ਼ਾਂ ਨਾਲੋਂ ਭਾਰਤੀ ਬਹੁਤ ਅੱਗੇ ਸਨ। ਸ਼ਾਬਾਸ਼। ਸੋ ਹੁਣ ਨੈਕਸਟ ਆਪਾਂ ਦੇਖੀਏ, ਠੀਕ ਤੇ ਗਲਤ ਦੱਸਾਂਗੇ। ਸੋ ਪਹਿਲਾ ਹੈ, ਸਿੱਕੇ ਇਤਿਹਾਸ ਦਾ ਸਰੋਤ ਨਹੀਂ ਹਨ। ਗਲਤ ਬੇਟਾ, ਸਿੱਕੇ ਇਤਿਹਾਸ ਦਾ ਸਰੋਤ ਹਨ। ਨੈਕਸਟ, ਅਸ਼ੋਕ ਨੇ ਆਪਣੇ ਸੰਦੇਸ਼ ਪੱਥਰਾਂ ਦੇ ਸਤੰਭਾਂ ਉੱਤੇ ਲਿਖਵਾਏ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਨੈਕਸਟ, ਰਾਮਾਇਣ ਇੱਕ ਵੇਦ ਹੈ। ਗਲਤ, ਰਾਮਾਇਣ ਇੱਕ ਮਹਾਕਾਵ ਹੈ, ਇੱਕ ਧਾਰਮਿਕ ਗ੍ਰੰਥ ਹੈ। ਨੈਕਸਟ, ਮਨੂ ਸਮ੍ਰਿਤੀ ਇੱਕ ਧਾਰਮਿਕ ਸ਼ਾਸਤਰ ਹੈ। ਠੀਕ। ਕਹਾਣੀ ਲਿਖਣ ਦਾ ਆਰੰਭ ਭਾਰਤ ਵਿੱਚ ਹੋਇਆ ਹੈ। ਬਿਲਕੁਲ ਠੀਕ। ਆਰੀਆ ਭੱਟ ਇੱਕ ਰਾਜਾ ਸੀ। ਗਲਤ। ਪ੍ਰਾਚੀਨ ਮਨੁੱਖ ਦਾ ਭੋਜਨ ਅੱਜ ਦੇ ਮਨੁੱਖ ਵਰਗਾ ਹੀ ਸੀ। ਗਲਤ। ਆਰਣਯਕ ਵੈਦਿਕ ਸਾਹਿਤ ਦਾ ਹਿੱਸਾ ਨਹੀਂ ਹਨ। ਗਲਤ ਹੈ। ਕੌਟਿਲਿਆ ਇੱਕ ਵਿਸ਼ਵ ਵਿਦਿਆਲੇ ਵਿੱਚ ਅਧਿਆਪਕ ਸੀ। ਬਿਲਕੁਲ ਠੀਕ। ਪ੍ਰਾਚੀਨ ਕਾਲ ਵਿੱਚ ਤਾਮਰ ਪੱਤਰ ਇੱਕ ਸਰਕਾਰੀ ਦਸਤਾਵੇਜ਼ ਸਨ। ਬਿਲਕੁਲ ਠੀਕ। ਸੋ ਵਿਦਿਆਰਥੀਓ, ਨੈਕਸਟ ਤੁਸੀਂ ਇੱਕ ਕਿਰਿਆ ਆਪਣੇ ਆਪ ਕਰਨੀ ਹੈ। ਪ੍ਰਾਚੀਨ ਇਤਿਹਾਸ ਦੇ ਸਰੋਤ ਜੋ ਵੀ ਤੁਹਾਨੂੰ ਹੁਣ ਤੱਕ ਸਮਝ ਆਏ ਹਨ, ਤੁਸੀਂ ਉਹਨਾਂ ਦੀ ਇੱਕ ਸੂਚੀ ਬਣਾਉਣੀ ਹੈ ਅਤੇ ਉਸ ਸੂਚੀ ਤੋਂ ਪੜ੍ਹਦੇ ਹੋਏ ਤੁਸੀਂ ਉਸ ਬਾਰੇ ਵਿਸਥਾਰ ਨਾਲ ਆਪਣੇ ਮਨ ਵਿੱਚ ਅਭਿਆਸ ਕਰਨਾ ਹੈ ਕਿ ਇਹ ਕਿਸ ਤਰੀਕੇ ਨਾਲ ਪੁਰਾਣੇ ਇਤਿਹਾਸ ਨੂੰ ਜਾਣਨ ਵਿੱਚ ਸਾਡੀ ਸਭ ਦੀ ਮਦਦ ਕਰਦੇ ਹਨ। ਸੋ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਆਸ ਹੈ ਕਿ ਅੱਜ ਦੀ ਇਸ ਦੁਹਰਾਈ ਤੋਂ ਤੁਹਾਨੂੰ ਕਾਫੀ ਮਦਦ ਮਿਲੇਗੀ ਇਸ ਪਾਠ ਦੇ ਪ੍ਰਸ਼ਨ ਉੱਤਰ ਤਿਆਰ ਕਰਨ ਲਈ। ਧੰਨਵਾਦ।